ਹੈਲੋ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਲੂਸੈਂਟ ਜੀਕੇ ਦਾ ਪਾਰਟ 13 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਲੂਸੈਂਟ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕਰਾਂਗੇ, ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਲੂਸੈਂਟ ਜੀਕੇ ਦੇ 12 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਲੂਸੈਂਟ ਸਟੈਟਿਕ ਜੀਕੇ ਦੇ MCQ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਉਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਲੂਸੈਂਟ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਇਹ ਸੈਸ਼ਨ ਦੇ ਵਿੱਚ ਆਪਾਂ ਸਟੈਟਿਕ ਜੀਕੇ ਕਵਰ ਕਰ ਰਹੇ ਹਾਂ। ਬਾਕੀ ਸਾਰੇ ਸਬਜੈਕਟ ਕਵਰ ਕਰਨ ਤੋਂ ਪਹਿਲਾਂ ਤੁਹਾਡੀ ਸਟੈਟਿਕ ਜੀਕੇ ਕਵਰ ਹੋਣੀ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੀ ਸਟੈਟਿਕ ਜੀਕੇ ਕਵਰ ਨਹੀਂ ਹੈ ਤਾਂ ਤੁਸੀਂ ਜੀਕੇ ਦੇ ਵਿੱਚੋਂ ਵਧੀਆ ਸਕੋਰ ਨਹੀਂ ਕਰ ਸਕਦੇ ਹੋ। ਸਟੈਟਿਕ ਜੀਕੇ ਦਾ ਇੱਕ ਇੱਕ ਫੈਕਟ ਕਵਰ ਕਰਨ ਦੇ ਲਈ ਆਪਣਾ ਇੱਕ ਵੀ ਸੈਸ਼ਨ ਤੁਸੀਂ ਮਿਸ ਨਾ ਕਰਿਓ, ਕਿਉਂਕਿ ਸਟੈਟਿਕ ਜੀਕੇ ਦਾ ਹਰ ਇੱਕ ਪੱਖ ਆਪਾਂ ਇਹ ਸੈਸ਼ਨ ਦੇ ਵਿੱਚ ਤੁਹਾਡੇ ਲਈ ਲੈ ਕੇ ਆਉਣੇ ਆ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਇਬਨ ਬਤੂਤਾ ਭਾਰਤ ਵਿੱਚ ਕਿਹੜੇ ਸ਼ਾਸਕ ਦੇ ਸਮੇਂ ਦੌਰਾਨ ਆਇਆ ਸੀ? ਇਬਨ ਬਤੂਤਾ ਕਮਜ਼ ਇਨ ਇੰਡੀਆ ਡਿਊਰਿੰਗ ਦੀ ਰੀਨ ਆਫ ਵਿਚ ਐਂਪਰਰ। ਤਾਂ ਇਬਨ ਬਤੂਤਾ ਬਾਰੇ ਬਹੁਤ ਕੁਐਸਚਨ ਆਉਂਦੇ ਨੇ, ਠੀਕ ਹੈ ਜੀ। ਹਰ ਵਾਰ ਤੁਹਾਨੂੰ ਇਹ ਕੁਐਸਚਨ ਦੇਖਣ ਨੂੰ ਮਿਲਦਾ ਹੈ, ਤਾਂ ਬਹੁਤ ਵਾਰ ਇਹ ਕੁਐਸਚਨ ਪੁੱਛਿਆ ਗਿਆ। ਇਬਨ ਬਤੂਤਾ ਇੱਕ ਟਰੈਵਲਰ ਸੀ, ਠੀਕ ਹੈ ਜੀ। ਤਾਂ ਇੱਕ ਯਾਤਰੀ ਸੀ, ਤਾਂ ਉਹ ਮਤਲਬ ਆਪਣੇ ਇੰਡੀਆ ਦੇ ਵਿੱਚ ਆਇਆ ਸੀ। ਤਾਂ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮਤਲਬ ਕਿਹੜੀ ਡਾਇਨੈਸਟੀ ਦਾ ਉਸ ਟਾਈਮ 'ਤੇ ਜਿਹੜਾ ਰਾਜ ਹੈ ਉਹ ਚੱਲ ਰਿਹਾ ਸੀ, ਕਿਹੜਾ ਰਾਜਾ ਉਸ ਟਾਈਮ 'ਤੇ ਗੱਦੀ ਦੇ ਉੱਤੇ ਬੈਠਾ ਸੀ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ, ਮੁਹੰਮਦ ਬਿਨ ਤੁਗਲਕ, ਠੀਕ ਹੈ ਜੀ। ਤਾਂ ਮੁਹੰਮਦ ਬਿਨ ਤੁਗਲਕ ਦਾ ਉਸ ਟਾਈਮ 'ਤੇ ਮਤਲਬ ਰਾਜ ਹੈ ਜਿਹੜਾ ਉਹ ਚੱਲ ਰਿਹਾ ਸੀ। ਮੁਹੰਮਦ ਬਿਨ ਤੁਗਲਕ ਦੇ ਬਾਰੇ ਆਪਾਂ ਜਾਣਦੇ ਹਾਂ ਕਿ ਇਹਨੂੰ ਪਾਗਲ ਰਾਜਾ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਤਾਂ ਪਾਗਲ ਰਾਜੇ ਦੇ ਨਾਮ ਨਾਲ ਇਹਨੂੰ ਜਾਣਿਆ ਜਾਂਦਾ ਹੈ। ਤਾਂ ਪਾਗਲ ਅਤੇ ਇਹਨੂੰ ਮਤਲਬ ਵਾਈਜ਼ੈਸਟ ਵੀ ਕਿਹਾ ਜਾਂਦਾ, ਕਿਉਂਕਿ ਸਭ ਤੋਂ ਪੜ੍ਹਿਆ ਲਿਖਿਆ ਰਾਜਾ ਸੀ ਇਹ। ਪੜ੍ਹਿਆ ਲਿਖਿਆ ਵੀ ਸੀ, ਬਟ ਇਹ ਪਾਗਲ ਸੀ, ਕਿਉਂਕਿ ਇਹਨੇ ਕਰੰਸੀ ਲਾਂਚ ਕੀਤੀ ਸੀ ਅਤੇ ਇਹਦੀ ਕਰੰਸੀ ਹੈ ਜਿਹੜੀ ਉਹ ਮਤਲਬ ਕਰੰਸੀ ਇਹਦੀ ਉਹ ਚੱਲੀ ਨਹੀਂ ਸੀ, ਫੇਲ ਹੋ ਗਿਆ ਸੀ ਕੰਮ, ਤਾਂ ਕਰਕੇ ਇਹਨੂੰ ਪਾਗਲ ਰਾਜਾ ਕਿਹਾ ਜਾਂਦਾ। ਤਾਂ ਜੇਕਰ ਤੁਸੀਂ ਇਹ ਮੁਹੰਮਦ ਬਿਨ ਤੁਗਲਕ, ਅਲਾਉਦੀਨ ਖਿਲਜੀ ਜਾਂ ਤੁਸੀਂ ਮਿਡੀਵਲ ਹਿਸਟਰੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਹੋਰ ਵੀ ਸੈਸ਼ਨ ਅਪਲੋਡਡ ਆਲਰੇਡੀ ਹੈਗੇ ਨੇ ਹਿਸਟਰੀ ਦੇ, ਤਾਂ ਉਹਦੇ ਵਿੱਚ ਜਾ ਕੇ ਤੁਸੀਂ ਡਿਟੇਲ ਦੇ ਵਿੱਚ ਪੜ੍ਹ ਸਕਦੇ ਹੋ। ਤਾਂ ਇਬਨ ਬਤੂਤਾ ਬਾਰੇ ਆਪਾਂ ਫਿਲਹਾਲ ਪੜ੍ਹ ਰਹੇ ਹਾਂ। ਤਾਂ ਮੁਹੰਮਦ ਬਿਨ ਤੁਗਲਕ ਇਹਦਾ ਆਨਸਰ ਆਊਗਾ, ਆਨਸਰ ਨੰਬਰ 2। ਮੁਹੰਮਦ ਬਿਨ ਤੁਗਲਕ ਦੇ ਟਾਈਮ 'ਤੇ ਆਇਆ ਸੀ। ਕਿੱਥੋਂ ਆਇਆ ਸੀ ਇਹ ਤੁਸੀਂ ਯਾਦ ਰੱਖਣਾ, ਇਹ ਤੁਹਾਨੂੰ ਪੁੱਛਣਗੇ। ਤਾਂ ਇਹ ਆਇਆ ਸੀ ਮੋਰੱਕੋ ਤੋਂ, ਮੋਰੱਕੋ ਤੋਂ ਆਇਆ ਸੀ ਇਹ, ਠੀਕ ਹੈ ਜੀ। ਤਾਂ ਜਿਹੜਾ ਇਬਨ ਬਤੂਤਾ ਆਇਆ ਸੀ, ਤਾਂ ਆਨਸਰ ਨੰਬਰ 2 ਆਊਗਾ। ਤਾਂ ਇਹਦੀ ਇੱਕ ਬੁੱਕ ਹੈ ਸਫ਼ਰਨਾਮਾ, ਇਹ ਬਹੁਤ ਇੰਪੋਰਟੈਂਟ ਹੈ। ਇਹਦੇ ਬਾਰੇ ਪੁੱਛਿਆ ਜਾਂਦਾ ਕਿ ਸਫ਼ਰਨਾਮਾ ਜਿਹੜੀ ਬੁੱਕ ਹੈ ਉਹ ਕਿਹਦੀ ਲਿਖੀ ਹੋਈ ਹੈ? ਤਾਂ ਉਹ ਲਿਖੀ ਹੈ ਇਬਨ ਬਤੂਤਾ ਨੇ। ਸਫ਼ਰਨਾਮਾ ਦੇ ਵਿੱਚ ਇਹਨੇ ਆਪਣੇ ਸਾਰੇ ਸਫ਼ਰ ਦੇ ਬਾਰੇ ਆਪਣੇ ਲਿਖਿਆ ਹੋਇਆ ਡਿਟੇਲ ਦੇ ਵਿੱਚ। ਤਾਂ ਸਫ਼ਰਨਾਮਾ ਦੇ ਵਿੱਚ ਹੀ ਪਤਾ ਲੱਗਦਾ ਕਿ ਇਹ ਮੁਹੰਮਦ ਬਿਨ ਤੁਗਲਕ ਦੇ ਟਾਈਮ 'ਤੇ ਆਇਆ ਸੀ, ਠੀਕ ਹੈ ਜੀ। ਤਾਂ ਕੋਈ ਵੀ ਹਿਸਟਰੀ ਦਾ ਆਪਾਂ ਜਿਹੜਾ ਫੈਕਟ ਆਪਾਂ ਪੜ੍ਹਦੇ ਹਾਂ, ਹਿਸਟਰੀ ਦਾ ਮਤਲਬ ਇੱਕ ਪ੍ਰੂਫ ਹੁੰਦਾ, ਜਿੱਥੋਂ ਆਪਾਂ ਨੂੰ ਕੁਛ ਲਿਖਤੀ ਜਿਹੜਾ ਮਿਲਦਾ ਉਹਨੂੰ ਆਪਾਂ ਹਿਸਟਰੀ ਕਹਿੰਦੇ ਹਾਂ। ਤਾਂ ਸਫ਼ਰਨਾਮਾ ਤੋਂ ਮੁਹੰਮਦ ਬਿਨ ਤੁਗਲਕ ਦੇ ਰੀਨ ਬਾਰੇ ਆਪਾਂ ਨੂੰ ਪਤਾ ਲੱਗਦਾ, ਉਹਦੇ ਮਤਲਬ ਰਾਜ ਭਾਗ ਬਾਰੇ ਪਤਾ ਲੱਗਦਾ, ਠੀਕ ਹੈ ਜੀ। ਤਾਂ ਸਫ਼ਰਨਾਮਾ ਕਿਹਦੀ ਲਿਖੀ ਹੋਈ ਹੈ? ਇਬਨ ਬਤੂਤਾ ਦੀ। ਅਤੇ ਕਿੱਥੋਂ ਆਇਆ ਸੀ ਇਹ? ਮੋਰੱਕੋ ਤੋਂ। ਅਤੇ ਕਦੋਂ ਆਇਆ ਸੀ? ਮੁਹੰਮਦ ਬਿਨ ਤੁਗਲਕ ਦੇ ਟਾਈਮ 'ਤੇ। ਤੁਗਲਕ ਡਾਇਨੈਸਟੀ ਦਾ ਰਾਜ ਉਦੋਂ ਚੱਲ ਰਿਹਾ ਸੀ। ਤਾਂ ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸ਼ਾਹਜਹਾਂਨਾਮਾ ਦੀ ਰਚਨਾ ਕਿਸ ਨੇ ਕੀਤੀ? ਹੂ ਵਾਜ਼ ਦੀ ਆਥਰ ਆਫ ਸ਼ਾਹਜਹਾਂਨਾਮਾ? ਤਾਂ ਇਹ ਬਾਇਓਗ੍ਰਾਫੀ ਹੈ ਪਹਿਲੀ ਗੱਲ ਤਾਂ, ਠੀਕ ਹੈ ਜੀ। ਤਾਂ ਇਹ ਯਾਦ ਰੱਖਿਓ ਤੁਸੀਂ, ਬਾਇਓਗ੍ਰਾਫੀ ਹੈ ਇਹ। ਕਿਹਦੀ ਬਾਇਓਗ੍ਰਾਫੀ ਹੈ? ਸ਼ਾਹਜਹਾਂ ਦੀ, ਠੀਕ ਹੈ ਜੀ। ਕਿਉਂਕਿ ਆਟੋਬਾਇਓਗ੍ਰਾਫੀ ਦਾ ਬੰਦਾ ਖੁਦ ਲਿਖਦਾ ਹੁੰਦਾ, ਤਾਂ ਜਿਹੜਾ ਕੋਈ ਹੋਰ ਬੰਦਾ ਲਿਖਦਾ ਉਹਨੂੰ ਆਪਾਂ ਜੀਵਨੀ ਕਹਿੰਦੇ ਹਾਂ, ਯਾਨੀ ਕਿ ਬਾਇਓਗ੍ਰਾਫੀ ਕਹਿੰਦੇ ਹਾਂ, ਠੀਕ ਹੈ ਜੀ। ਤਾਂ ਇਹ ਬਾਇਓਗ੍ਰਾਫੀ ਹੈ ਸ਼ਾਹਜਹਾਂ ਦੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹਨੇ ਲਿਖੀ ਹੈ, ਠੀਕ ਹੈ ਜੀ। ਤਾਂ ਅਬੁਲ ਫਜ਼ਲ ਦਾ ਆਪਾਂ ਕੀ ਪੜ੍ਹਦੇ ਹਾਂ? ਅਬੁਲ ਫਜ਼ਲ ਨੇ ਜਿਹੜੀ ਲਿਖੀ ਸੀ ਆਇਨ ਅਕਬਰੀ ਲਿਖੀ ਸੀ। ਗੁਲਬਦਨ ਬੇਗਮ ਹੈ ਜਿਹਨਾਂ ਇਹਨੇ ਲਿਖਿਆ ਸੀਗਾ ਹੁਮਾਯੂੰਨਾਮਾ, ਠੀਕ ਹੈ ਜੀ। ਹੁਮਾਯੂੰਨਾਮਾ, ਕਿਉਂਕਿ ਇਹ ਹੁਮਾਯੂੰ ਦੀ ਸਿਸਟਰ ਸੀਗੀ, ਠੀਕ ਹੈ ਜੀ। ਤਾਂ ਹੁਮਾਯੂੰਨਾਮਾ ਇਹਨੇ ਲਿਖਿਆ ਸੀ ਗੁਲਬਦਨ ਬੇਗਮ ਨੇ। ਇਹ ਯਾਦ ਰੱਖਿਓ ਤੁਸੀਂ, ਬਹੁਤ ਇੰਪੋਰਟੈਂਟ ਇਹਦੀ ਮਤਲਬ ਜਿਹੜੀ ਇਹਦੀ ਲਿਖਤ ਹੈ ਗੁਲਬਦਨ ਬੇਗਮ ਦੀ। ਅਬੁਲ ਫਜ਼ਲ ਦੀ ਹੈਗੀ ਆਇਨ ਅਕਬਰੀ, ਠੀਕ ਹੈ ਜੀ। ਆਇਨ ਅਕਬਰੀ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ ਵੀ।
ਤਾਂ ਇਹਦਾ ਜਿਹੜਾ ਆਪਣਾ ਆਨਸਰ ਬਣਦਾ ਉਹ ਬਣਦਾ ਆਨਸਰ ਨੰਬਰ 2, क्योंकि शाहजहां ने जे लिखी हो फिर तो ये ऑटोबायोग्राफी बन जू। तो ये शाहजहांनामा एक बायोग्राफी है, तो ये लिखी है इनायत खान ने। ये याद रखियो, बहुत बार क्वेश्चन ये आता क्योंकि ये बारे बहुत घट स्टूडेंट्स को पता होंगे, ठीक है जी। तो इनायत खान ने यह लिखी है जी शाहजहांनामा, शाहजहां की बायोग्राफी। ये याद रखियो, ये बारे अपन ये शाहजहां बारे पता लगता है, ठीक है जी। तो आंसर नंबर 2 आऊगा। तो ये जिन्ने भी अपने सैशन ने ਤੁਹਾਨੂੰ बहुत मॉडरेट तो रेयर क्वेश्चन मिलणगे ਜਿਹੜੇ ਤੁਹਾਨੂੰ ਜਦੋਂ ਤੁਸੀਂ पेपर ਦੇ ਵਿੱਚ ਬੈਠਦੇ ਹੋ, ਜਦੋਂ ਤੁਸੀਂ ਉਹ क्वेश्चन देखते हो ਤਾਂ ਤੁਸੀਂ ਉਹ ਦੇਖਦੇ ਹੁੰਦੇ ਹੋ ਕਿ ਤੁਸੀਂ ਕਿਤੇ ਵੀ ਨਹੀਂ ਪੜ੍ਹਿਆ ਹੁੰਦਾ ਉਹ क्वेश्चन, ਤਾਂ ਉਹ क्वेश्चन ਆਪਣੇ ਸੈਸ਼ਨ ਦੇ ਵਿੱਚ ਤੁਹਾਨੂੰ ਮਿਲਣਗੇ, ਠੀਕ ਹੈ ਜੀ। ਤਾਂ ਉਹ ਜਿਹੇ ਮੋਡਰੇਟ क्वेश्चन ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਤਾਂ ਬਾਕੀ ਸਾਰੇ ਵੀ क्वेश्चन ਇਹਦੇ ਵਿੱਚ ਤੁਹਾਨੂੰ ਮਿਲਣਗੇ ਜਿਹਦੇ ਨਾਲ ਤੁਹਾਡੀ ਰਿਵੀਜ਼ਨ ਵਧੀਆ ਹੋਊ, ਠੀਕ ਹੈ ਜੀ। ਤਾਂ ਸ਼ਾਹਜਹਾਂਨਾਮਾ ਇਨਾयत ਖਾਨ। अगला जो अपना क्वेश्चन है, मैं नास्तिक क्यों हाँ किताब की रचना किसने की थी? वाई आई एम एन एथीस्ट बुक इज़ रिटन बाय हूम। तो बहुत इंपॉर्टेंट बुक है ये, ठीक है जी। बहुत बार ये क्वेश्चन पूछा गया है, तो बहुत इंपॉर्टेंट ये बुक है, ठीक है जी। तो ये अपने आज़ादी घुलाटीए के नाल रिलेटेड एक बहुत महान जोड़े अपने आज़ादी घुलाटीए उन्होंने नाल रिलेटेड है, ठीक है जी, जिन्होंने अपने देश के लिए अपनी जान कुर्बान कर दी, ठीक है जी। तो तुहानूं पता लग ही गया होगा। तो ये अपने भगत सिंह जी, ठीक है जी। तो सरदार भगत सिंह इन्हां दी ये बुक है वाई आई एम एन एथीस्ट, ठीक है जी, मैं नास्तिक क्यों हाँ। ये तुसीं याद रखियो। लाला लाजपत राय जी बारे भी आपां पढ़ते हुंदे हां, ठीक है जी। लाला लाजपत राय जी बारे आपां नूं सारिआं नूं पता कि इन्हूं पंजाब शेरे पंजाब या पंजाब केसरी के नाम नाल भी जाणिया जांदा है, ठीक है जी। तो जदों साइमन कमीशन आया तो साइमन गो बैक के नारे लगाए सी, जिहदे विच 1928 दे विच लाठी चार्ज दे विच इन्हां दी मौत हो गई सी। इन्हां बारे भी तुसीं याद रखना, ठीक है जी। महात्मा गांधी बारे आपां पढ़दे हां 1915 दे विच महात्मा गांधी है जिहड़े वो साउथ अफ्रीका तो कित्थे आए सी, इंडिया आए सी, ठीक है जी। ये भी तुसीं याद रखना है। तो महात्मा गांधी बारे होर भी फैक्ट आपां आउण वाले क्वेश्चनस दे विच पढ़ांगे। तो इहदा तुसीं जिहड़ा आंसर है वो देना है, वो अपना भगत सिंह, ठीक है जी। तो भगत सिंह की मतलब ये बुक है, बहुत ही फेमस बुक है, बहुत इंपॉर्टेंट है, तो बहुत बार ये पूछी गई है क्वेश्चन के, ठीक है जी। तो आंसर नंबर 2 आऊगा। अगला जो अपना क्वेश्चन है, डेनमार्क की राजधानी किहड़ी है? विच इज़ दी कैपीटल ऑफ डेनमार्क। तो इहो जे तुहानूं कैपीटल्स भी पूछे जाते, क्योंकि स्टैटिक जीके के विचों तुहानूं इहो जे क्वेश्चन अक्सर ही देखने को मिलते हैं, जिथे आपां ये जदों आपां ये कवर नहीं करके जाते तो आपां जीके के विचों मार खा जाते हैं। तो स्कोरिंग सबजैक्ट जे अज के टाइम के देखा जाए तो सब तो स्कोरिंग सबजैक्ट अपना जीके है, क्योंकि जीके की वेटेज बहुत ज़्यादा है। ਤਾਂ ਕਰਕੇ मैं तुहानूं कहना कि जीके तुसीं अपनी पहलां कवर करो जेकर तुसीं किसी भी पेपर की तैयारी कर रहे हो। जेकर तुसीं स्टैटिक जीके नहीं कवर कर रहे तो तुहाडी तैयारी फेल है, ठीक है जी। तो ये मैं तुहानूं डीमोटिवेट करने लई नहीं कह रहा, तुसीं ये खुद मनोगे, क्योंकि जदों तुसीं पेपर दे विच जाके बैठोगे तो तुहानूं खुद रियलाइज़ हो कि मेरी स्टैटिक जीके जिहड़ी वो कवर होनी पहलां बहुत जरूरी है, ठीक है जी। तो स्टैटिक तो बाद बाकी तुहाडे फिर फरदर जिहड़े सबजैक्ट है वो आउंदे आ, जिवें कि पॉलिटी, हिस्टरी, जोग्राफी, साइंस, ठीक है जी। तो उस तो बाद तुसीं अपनी उहदी तैयारी करो। तो ये तुहानूं बहुत कुछ जिहड़ा अपने पेपरां दे लई मिलूगा। तो डेनमार्क की राजधानी तुहानूं पता होनी चाहिए, जिहड़ी ढाका हैगी, ढाका की राजधानी है ये अपने बंगलादेश की। बंगलादेश की राजधानी अपनी ढाका, ठीक है जी। ओटावा की हैगी? ओटावा अपनी कैनेडा की। ये तुसीं नाल नोट करते जाओ, तुहानूं पूछा जाऊ बहुत बार, ठीक है जी। कैनबेरा किहदी है? कैनबेरा अपनी आस्ट्रेलिया की। तो आप जिन्ने भी फैक्ट होया करनगे वो भी आप नाल नाल कवर करया करांगे, ठीक है जी। तो जिहड़ी अपने कोले बची है वो बची अपने कोले कोपनेगान, ठीक है जी। कोपनेगान की राजधानी है डेनमार्क की, ये तुसीं याद रखियो। तो डेनमार्क की जिहड़ी राजधानी है वो कोपनेगान। ढाका की है? बंगलादेश की। ओटावा कैनेडा, कैनबेरा आस्ट्रेलिया, ठीक है जी। तो ये तुहाडीआं सारियां जिहड़ियां राजधानियां वो आपां इहदे विच 4 राजधानियां आपां कवर कीतियां ने, ठीक है जी। तुसीं याद रखना। तो कोपनेगान आंसर नंबर 2 आऊगा इहदा। अगला जो अपना क्वेश्चन है, गांधी इरविन समझौता कदों हस्ताक्षर किया गया? वैन वाज दी गांधी इरविन पैक्ट साइंड। तो ये बारे क्वेश्चन जो है वो बहुत बार ये पूछा गया क्वेश्चन है, बट ये तुहानूं एक कन्फ्यूजिंग ये चीज़ है कि ये तुहानूं डेट्स एग्जैक्ट पता होनी चाहिए है। ये नहीं कि सिर्फ 1931 या 1932 ये पता होना चाहिए कि 1932 होया या 1931 होया। तुहानूं एग्जैक्ट डेट पता होनी चाहिए कि कदों होया, ठीक है जी। गांधी इरविन पैक्ट। तो इस टाइम पर जोड़ा ये अपना गांधी इरविन पैक्ट ये क्यों साइन होया सी? क्योंकि अपनी राउंड टेबल समिट चल रहे थे, ठीक है जी। तो राउंड टेबल समिट बारे तुहानूं पता ही है, ठीक है जी। तो राउंड टेबल समिट जोड़ा होया सी अपना कित्थे होया सी? लंडन दे विच होया सी,
ठीक है जी। तो किन्ने राउंड टेबल समिट होए सी अपने? 3 होए सीगे, 1930, 31 ਤੇ 32, ठीक है जी। 1930, 31 ਤੇ 32 ਤਾਂ ਮਤਲਬ ਗਾਂਧੀ ਨੂੰ ਇਨਵਾਈਟ ਕਰਨ ਦੇ ਲਈ ਇਹ ਜਿਹੜਾ ਲਾਰਡ ਇਰਵਿਨ ਦੁਆਰਾ ਇਹਨਾਂ ਤੱਕ ਪਹੁੰਚ ਕੀਤੀ ਗਈ ਸੀ ਅਤੇ ਇਹਨਾਂ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਸੀ, ਠੀਕ ਹੈ ਜੀ। ਤਾਂ ਗਾਂਧੀ ਇਰਵਿਨ ਪੈਕਟ ਉਹਨੂੰ ਕਿਹਾ ਜਾਂਦਾ। ਤਾਂ ਇਸ ਟਾਈਮ 'ਤੇ ਆਪਣੀ ਇਹ ਸੈਕਿੰਡ ਰਾਊਂਡ ਜਿਹੜੀ ਰਾਊਂਡ ਟੇਬਲ ਸਮਿਟ ਹੈ ਉਹਦਾ ਟਾਈਮ ਹੈ ਇਹ। ਤਾਂ ਇਹਦੀ ਐਗਜ਼ੈਕਟ ਡੇਟ ਹੈ ਜਿਹੜੀ ਉਹ ਹੈ ਆਨਸਰ ਨੰਬਰ 1, 5 ਮਾਰਚ 1931, ਠੀਕ ਹੈ ਜੀ। 5 ਮਾਰਚ 1931। ਤਾਂ ਇਹ ਦੇਖੋ ਕਿੰਨੇ ਕਨਫਿਊਜ਼ਿੰਗ ਆ, 1932, 6 ਮਾਰਚ ਜਾਂ 8 ਮਾਰਚ, ਤਾਂ ਇੱਥੇ ਆਪਾਂ ਕਨਫਿਊਜ਼ ਹੋ ਜਾਂਦੇ ਹਾਂ। ਤਾਂ 5 ਮਾਰਚ 1931 ਐਗਜ਼ੈਕਟ ਡੇਟ ਯਾਦ ਰੱਖਣੀ ਹੈ, ਆਨਸਰ ਨੰਬਰ 1, ਕਿਉਂਕਿ ਬਹੁਤ ਵਾਰ ਕੁਐਸਚਨ ਇਹ ਪੁੱਛਿਆ ਗਿਆ ਅਤੇ ਅੱਗੇ ਵੀ ਤੁਹਾਨੂੰ ਇਹ ਪੁੱਛਿਆ ਜਾਊਗਾ। 5 ਮਾਰਚ 1931। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸੈਨਿਕ ਵਿਦਰੋਹ ਕਦੋਂ ਸ਼ੁਰੂ ਕੀਤਾ ਗਿਆ? ਵੈਨ ਵਾਜ਼ ਦੀ ਸਪੋਏ ਮਿਊਟੀਨੀ ਟੁੱਕ ਪਲੇਸ, ਠੀਕ ਹੈ ਜੀ। ਸਪੋਏ ਮਿਊਟੀਨੀ ਮਤਲਬ ਕਿਹਦਾ ਇੱਕ ਹੋਰ ਨਾਂ ਹੈਗਾ, ਇਹ ਤੁਹਾਨੂੰ ਪੁੱਛਿਆ ਜਾ ਸਕਦਾ। 1857 ਈਸਵੀ ਦਾ ਜਿਹੜਾ ਆਪਣਾ ਵਿਦਰੋਹ ਹੋਇਆ ਇਹਦਾ ਇੱਕ ਦੂਸਰਾ ਨਾਂ ਹੈਗਾ ਸਪੋਏ ਮਿਊਟੀਨੀ ਵੀ ਇਹਨੂੰ ਕਿਹਾ ਜਾਂਦਾ, ਠੀਕ ਹੈ ਜੀ। ਸੈਨਿਕ ਵਿਦਰੋਹ ਇਹਨੂੰ ਕਿਹਾ ਜਾਂਦਾ। ਤਾਂ ਇਹ ਵਿਦਰੋਹ ਆਪਣਾ ਕਾਮਯਾਬ ਕਿਉਂ ਨਹੀਂ ਹੋਇਆ? ਕਿਉਂਕਿ ਇਹ ਆਪਣੇ ਨਿੱਜ ਦੇ ਲਈ ਲੜਿਆ ਗਿਆ, ਮਤਲਬ ਆਪਣੇ ਪਰਸਨਲ ਚੋਇਸ ਦੇ ਲਈ ਲੜਿਆ ਗਿਆ। ਮਤਲਬ ਪਰਸਨਲੀ, ਜਿਵੇਂ ਕਿ ਰਾਣੀ ਝਾਂਸੀ ਸੀ ਉਹ ਵੀ ਆਪਣੇ ਪਰਸਨਲ ਦੇ ਲਈ ਲੜ ਰਹੇ ਸੀ, ਬਟ ਇਹ ਕਿਹਾ ਜਾਂਦਾ ਇਹ ਮਤਲਬ ਅਲੱਗ-ਅਲੱਗ ਥਾਊਟ ਪ੍ਰੋਸੈਸ ਹੈ, ਠੀਕ ਹੈ ਜੀ। ਤਾਂ ਕਈ ਇੰਡੀਅਨਸ ਦੁਆਰਾ ਇਹ ਕਿਹਾ ਗਿਆ ਕਿ ਇਹ ਆਪਣੇ ਪਰਸਨਲ ਨਿੱਜ ਦੇ ਲਈ ਇਹ ਲੜਿਆ ਗਿਆ। ਤਾਂ ਵੈਸੇ ਇਹਨੂੰ ਮਤਲਬ ਜਿਹੜਾ ਕਿਹਾ ਗਿਆ ਵੀਰ ਸਾਵਰਕਰ ਦੇ ਦੁਆਰਾ, VD ਸਾਵਰਕਰ ਜਿਹਨੂੰ ਆਪਾਂ ਕਹਿੰਦੇ ਹਾਂ, ਵਿਨਾਇਕ ਦਮੋਦਰ ਸਾਵਰਕਰ, ਇਹਨਾਂ ਦੁਆਰਾ ਕਿਹਾ ਗਿਆ ਕਿ ਇਹ ਫਸਟ ਵਾਰ ਆਫ ਇੰਡੀਪੈਂਡੈਂਸ ਹੈ, ਮਤਲਬ ਆਜ਼ਾਦੀ ਦੀ ਇਹ ਪਹਿਲੀ ਲੜਾਈ ਹੈ, ਇੱਥੋਂ ਸ਼ੁਰੂਆਤ ਹੋ ਗਈ ਸੀ। ਤਾਂ ਇਹਨੂੰ ਮੰਨਿਆ ਵੀ ਜਾਂਦਾ ਕਿ ਹਾਂ ਇਹ ਪਹਿਲੀ ਲੜਾਈ ਹੈ, ਕਿਉਂਕਿ ਇੱਥੋਂ ਆਪਣੇ ਇੰਡੀਅਨਸ ਨੂੰ ਪਤਾ ਲੱਗ ਗਿਆ ਸੀ ਕਿ ਆਪਾਂ ਅੰਗਰੇਜ਼ਾਂ ਦਾ ਵਿਰੋਧ ਹੈ ਜਿਹੜਾ ਆਪਾਂ ਕਰ ਸਕਦੇ ਹਾਂ, ਅੰਗਰੇਜ਼ਾਂ ਨੂੰ ਆਪਾਂ ਇੱਥੋਂ ਬਾਹਰ ਕੱਢ ਸਕਦੇ ਹਾਂ, ਠੀਕ ਹੈ ਜੀ। ਆਪਾਂ ਆਪਣਾ ਹੱਕ ਲੈਣ ਦੇ ਲਈ ਆਪਣੀ ਆਵਾਜ਼ ਉੱਚੀ ਕਰ ਸਕਦੇ ਹਾਂ। ਤਾਂ ਇਹ ਸਪੋਏ ਮਿਊਟੀਨੀ ਆਪਾਂ ਇਹਦਾ 1857 ਈਸਵੀ ਦਾ ਦੂਸਰਾ ਨਾਮ ਹੈ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਐਗਜ਼ੈਕਟ ਡੇਟ ਪਤਾ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਇਹ ਕੁਐਸਚਨ ਰੱਖਣ ਦਾ ਮੇਰਾ ਇਹੀ ਕਾਰਨ ਹੈ, ਕਿਉਂਕਿ ਹੁਣ ਐਗਜ਼ੈਕਟ ਡੇਟ ਤੁਹਾਨੂੰ ਪੁੱਛਣ ਲੱਗ ਗਏ। ਇਹ ਨਹੀਂ ਕਿ ਤੁਹਾਨੂੰ ਸਿਰਫ ਇਹ ਪਤਾ ਹੋਵੇ ਕਿ 1857 ਦੇ ਵਿੱਚ ਹੋਇਆ ਸੀ, ਉਹ ਤਾਂ ਮੋਸਟਲੀ ਸਟੂਡੈਂਟਸ ਨੂੰ ਪਤਾ ਹੀ ਹੁੰਦਾ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 3 ਆਊਗਾ। 10 ਮਈ ਨੂੰ ਇਹ ਸਟਾਰਟ ਹੋਇਆ ਸੀ, ਠੀਕ ਹੈ ਜੀ। ਤਾਂ ਬੈਰਕਪੁਰ ਵੈਸਟ ਬੰਗਾਲ ਜਿੱਥੋਂ ਆਪਾਂ ਕਹਿੰਦੇ ਹਾਂ, ਤਾਂ ਮੇਨ ਕਾਰਨ ਇਹਦਾ ਕੀ ਸੀ? ਚਰਬੀ ਵਾਲੇ ਕਾਰਤੂਸ। ਅਤੇ ਪਹਿਲਾ ਜਿਹੜਾ ਇਹਦਾ ਸ਼ਹੀਦ ਸੀ ਉਹ ਕੌਣ ਸੀ? ਮੰਗਲ ਪਾਂਡੇ। ਇਹ ਵੀ ਤੁਸੀਂ ਯਾਦ ਰੱਖਣੇ, ਨਾਲ ਦੀ ਨਾਲ ਫੈਕਟ ਜਿਹੜੇ ਮੈਂ ਬੋਲਦਾ ਜਾਂਦਾ ਉਹ ਵੀ ਤੁਸੀਂ ਨਾਲ ਨਾਲ ਨੋਟ ਕਰਦੇ ਜਾਓ। ਤਾਂ ਆਨਸਰ ਨੰਬਰ 3 ਆਊਗਾ ਇਹਦਾ। 10 ਮਈ 1857 ਨੂੰ ਇਹ ਜਿਹੜਾ ਵਿਦਰੋਹ ਹੈ ਸ਼ੁਰੂ ਹੋਇਆ ਸੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਰਾਜ ਸਭਾ ਨੂੰ ਕੌਣ ਭੰਗ ਕਰ ਸਕਦਾ ਹੈ? ਹੂ ਡਿਜ਼ੋਲਵਡ ਦੀ ਰਾਜ ਸਭਾ? ਪ੍ਰੈਜ਼ੀਡੈਂਟ, ਪਾਰਲੀਮੈਂਟ, ਵਾਈਸ ਪ੍ਰੈਜ਼ੀਡੈਂਟ ਜਾਂ ਨਨ ਆਫ ਦੀ ਅਬਵ? ਤਾਂ ਆਪਣੀ ਜਿਹੜੀ ਪਾਰਲੀਮੈਂਟ ਬਣਦੀ ਹੈ ਉਹ ਕਿਹਨੂੰ ਕਿਹਨੂੰ ਮਿਲ ਕੇ ਬਣਦੀ ਹੈ? ਲੋਕ ਸਭਾ, ਰਾਜ ਸਭਾ ਪਲੱਸ ਪ੍ਰੈਜ਼ੀਡੈਂਟ, ਠੀਕ ਹੈ ਜੀ। ਤਾਂ ਇਹ ਆਪਣੀ ਟੋਟਲ ਪਾਰਲੀਮੈਂਟ ਹੈ, ਕਿਉਂਕਿ ਕੋਈ ਵੀ ਬਿੱਲ ਪਹਿਲਾਂ ਮੰਨ ਲਓ ਕਿਸੇ ਵੀ ਸਦਨ ਦੇ ਵਿੱਚ ਜਦੋਂ ਪਾਸ ਹੁੰਦਾ, ਲੋਕ ਸਭਾ, ਰਾਜ ਸਭਾ ਦੋਨਾਂ ਸਦਨਾਂ ਦੁਆਰਾ ਪਾਸ ਹੋ ਕੇ ਫਿਰ ਉਹ ਪ੍ਰੈਜ਼ੀਡੈਂਟ ਦੇ ਉੱਤੇ ਸਾਈਨ ਹੁੰਦੇ ਨੇ, ਫਿਰ ਉਹ ਬਿੱਲ ਹੈ ਜਿਹੜਾ ਉਹ ਕਾਨੂੰਨ ਬਣ ਜਾਂਦਾ, ਠੀਕ ਹੈ ਜੀ। ਤਾਂ ਇਹ ਤਿੰਨਾਂ ਨੂੰ ਮਿਲ ਕੇ ਆਪਣੀ ਇੱਕ ਪਾਰਲੀਮੈਂਟ ਬਣਦੀ ਹੈ। ਤਾਂ ਰਾਜ ਸਭਾ ਦੀ ਗੱਲ ਕਰ ਰਹੇ ਹਾਂ ਆਪਾਂ। ਰਾਜ ਸਭਾ ਨੂੰ ਆਪਾਂ ਅੱਪਰ ਹਾਊਸ ਵੀ ਕਿਹਾ ਜਾਂਦਾ, ਠੀਕ ਹੈ ਜੀ। ਅੱਪਰ ਹਾਊਸ ਹੈ ਇਹ ਆਪਣਾ, ਅੱਪਰ ਹਾਊਸ। ਇਹਦੇ ਨਾਲ ਆਪਾਂ ਰਿਲੇਟਡ ਹੋਰ ਵੀ ਫੈਕਟ ਆਪਾਂ ਤੁਹਾਡੇ ਕਲੀਅਰ ਕਰਵਾਉਣੇ ਆ, ਜਿਵੇਂ ਕਿ ਆਰਟੀਕਲ ਨੇ 79, 80 ਅਤੇ 81। ਜਿਹੜਾ ਆਰਟੀਕਲ 79 ਹੈ ਇਹ ਕਿਹਦੇ ਨਾਲ ਰਿਲੇਟਡ ਹੈ? ਇਹ ਆਪਣੀ ਪਾਰਲੀਮੈਂਟ ਦੇ ਨਾਲ ਰਿਲੇਟਡ ਹੈ, ਠੀਕ ਹੈ ਜੀ। ਤਾਂ ਪਾਰਲੀਮੈਂਟ ਮਤਲਬ 79, ਸਭ ਤੋਂ ਪਹਿਲਾਂ ਆਪਣੀ ਪਾਰਲੀਮੈਂਟ, ਫਿਰ ਆਉਂਦਾ ਆਪਣਾ ਅੱਪਰ ਹਾਊਸ। ਸਭ ਤੋਂ ਪਹਿਲਾਂ ਆਪਣਾ ਅੱਪਰ ਹਾਊਸ ਆਊ, ਫਿਰ ਆਪਣਾ ਲੋਅਰ ਹਾਊਸ ਆਊ। ਤਾਂ ਆਰਟੀਕਲ 80 ਆਪਣਾ ਰਾਜ ਸਭਾ ਅਤੇ ਆਰਟੀਕਲ 81 ਇਹ ਆਪਣਾ ਲੋਕ ਸਭਾ ਦੇ ਨਾਲ ਰਿਲੇਟਡ। ਇਹ ਤੁਸੀਂ ਤਿੰਨੇ ਆਰਟੀਕਲ ਯਾਦ ਰੱਖਣੇ ਆ। ਤਾਂ ਨਾਲ ਦੀ ਨਾਲ ਆਪਣੇ ਜਿੰਨੇ ਵੀ ਫੈਕਟ ਹੋਣਗੇ ਉਹ ਵੀ ਮੈਂ ਤੁਹਾਡੇ ਕਲੀਅਰ ਕਰਵਾਉਂਦੇ ਜਾਣੇ ਆ, ਠੀਕ ਹੈ ਜੀ। ਇਹ ਨਹੀਂ ਕਿ ਆਪਾਂ ਸਿਰਫ ਕੁਐਸਚਨ ਹੀ ਆਪਾਂ ਅਟੈਂਪਟ ਕਰਨਾ। ਤਾਂ ਆਰਟੀਕਲ 79 ਪਾਰਲੀਮੈਂਟ, 80 ਰਾਜ ਸਭਾ ਅਤੇ 81 ਹੈ ਜਿਹੜਾ 81 ਹੈ ਉਹ ਆਪਣਾ ਲੋਕ ਸਭਾ ਦੇ ਨਾਲ। ਤਾਂ ਇਹ ਤਿੰਨੋਂ ਆਰਟੀਕਲ ਇਹਨਾਂ ਦੇ ਨਾਲ ਰਿਲੇਟਡ ਨੇ, ਤੁਸੀਂ ਯਾਦ ਰੱਖਿਓ, ਬਹੁਤ ਵਾਰ ਪੁੱਛੇ ਜਾਂਦੇ ਨੇ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 4 ਆਊਗਾ, ਨਨ ਆਫ ਦੀ ਅਬਵ, ਠੀਕ ਹੈ ਜੀ। ਕਿਉਂਕਿ ਜਿਹੜਾ ਇਹ ਆਪਣਾ ਰਾਜ ਸਭਾ ਹੈਗਾ ਇਹ ਇੱਕ ਪਰਮਾਨੈਂਟ ਹਾਊਸ ਹੈ, ਨਾ ਕਿ ਟੈਂਪਰੇਰੀ ਹਾਊਸ ਹੈ। ਇਹ ਯਾਦ ਰੱਖਿਓ ਤੁਸੀਂ, ਇਹ ਗੱਲ ਨੂੰ ਦਿਮਾਗ ਦੇ ਵਿੱਚ ਬਿਠਾ ਲਓ, ਠੀਕ ਹੈ ਜੀ। ਇਹ ਤੁਹਾਨੂੰ ਕਨਫਿਊਜ਼ ਕਰੂਗਾ ਵਾਰ-ਵਾਰ, ਕਿਉਂਕਿ ਇਹ ਮੈਂ ਕੁਐਸਚਨ ਵਾਰ-ਵਾਰ ਤਾਂ ਰੱਖਦਾ। ਇੱਕ ਪਰਮਾਨੈਂਟ ਬੋਡੀ ਹੈ ਜਿਹੜੀ ਰਾਜ ਸਭਾ, ਇਹਨੂੰ ਕੋਈ ਵੀ ਭੰਗ ਨਹੀਂ ਕਰ ਸਕਦਾ, ਨਨ ਆਫ ਦੀ ਅਬਵ, ਠੀਕ ਹੈ ਜੀ। ਤਾਂ ਫਿਰ ਇਹਦਾ ਕਾਰਜਕਾਲ ਕਿਹਦਾ ਹੁੰਦਾ? ਕਾਰਜਕਾਲ ਇਹਦੇ ਮੈਂਬਰਾਂ ਦਾ ਹੁੰਦਾ। ਕਿੰਨਾ ਹੁੰਦਾ? 6 ਸਾਲ। ਹਰ 2 ਸਾਲ ਬਾਅਦ ਇਹਦੇ ਕਿੰਨੇ ਮੈਂਬਰ ਰਿਟਾਇਰਡ ਹੁੰਦੇ ਨੇ?
ਇਹਦੇ 1/3 ਮੈਂਬਰ ਹੈ ਜਿਹੜੇ ਉਹ ਹਰ 2 ਸਾਲ ਬਾਅਦ ਰਿਟਾਇਰ ਹੁੰਦੇ ਨੇ। 6 ਸਾਲ ਇਹਦੇ ਮੈਂਬਰਾਂ ਦਾ ਕਾਰਜਕਾਲ ਹੁੰਦਾ। ਠੀਕ ਹੈ ਜੀ, ਤੇ ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਕੁਐਸਚਨ ਤੁਹਾਡੇ ਲਈ ਬਣ ਜਾਂਦਾ। ਤਾਂ ਨਨ ਆਫ ਦੀ ਅਬਵ ਇਹਦਾ ਆਨਸਰ ਹੋਊਗਾ, ਆਨਸਰ ਨੰਬਰ 4। ਇਹਨੂੰ ਕੋਈ ਵੀ ਭੰਗ ਨਹੀਂ ਕਰ ਸਕਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਲੋਕ ਸਭਾ ਵਿੱਚ ਸਪੀਕਰ ਦੀ ਵੋਟ ਨੂੰ ਕੀ ਕਿਹਾ ਜਾਂਦਾ? ਸਪੀਕਰ ਵੋਟ ਇਨ ਲੋਕ ਸਭਾ ਇਜ਼ ਕਾਲਡ। ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਜਾਂਦਾ ਹੈ। ਠੀਕ ਹੈ ਜੀ, ਕਿਉਂਕਿ ਜਦੋਂ ਕੋਈ ਵੀ ਬਿੱਲ ਮਤਲਬ ਕਿਸੇ ਵੀ ਬਿੱਲ 'ਤੇ ਡਿਬੇਟ ਹੋ ਰਹੀ ਹੁੰਦੀ ਹੈ ਜਾਂ ਵੋਟਿੰਗ ਹੋ ਰਹੀ ਹੁੰਦੀ ਹੈ ਲੋਕ ਸਭਾ ਦੇ ਵਿੱਚ, ਤਾਂ ਜਿਹੜੀ ਜਦੋਂ ਸਾਰਿਆਂ ਦੀਆਂ ਵੋਟਾਂ ਜਦੋਂ ਇਕੁਅਲ ਵੋਟ ਹੋ ਜਾਂਦੀਆਂ, ਮੰਨ ਲਓ ਵੋਟਾਂ ਜਿਹੜੀਆਂ ਹੋ ਗਈਆਂ ਉਹ 50-50 ਵੋਟਾਂ ਹੋ ਗਈਆਂ। ਠੀਕ ਹੈ ਜੀ, ਤਾਂ 50-50 ਜਿਹੜੀਆਂ ਵੋਟਾਂ ਹੋ ਗਈਆਂ, ਇਸ ਤੋਂ ਬਾਅਦ ਜਿਹੜੀ ਵੋਟ ਪਵਾਈ ਜਾਂਦੀ ਹੈ ਉਹ ਸਪੀਕਰ ਤੋਂ ਪਵਾਈ ਜਾਂਦੀ ਹੈ। ਤਾਂ ਉਹਦੀ ਵੋਟ ਨੂੰ ਜਿਹੜੇ ਵੀ ਮਤਲਬ ਕੈਂਡੀਡੇਟ ਨੂੰ ਵੋਟ ਪਾਊਗਾ ਤਾਂ ਉਹਦੀ ਵੋਟ ਨੂੰ ਕੀ ਕਿਹਾ ਜਾਂਦਾ? ਉਹਨੂੰ ਕਿਹਾ ਜਾਂਦਾ ਕਾਸਟਿੰਗ ਵੋਟ। ਤਾਂ ਆਨਸਰ ਨੰਬਰ 3 ਆਊਗਾ। ਇਹਦੇ ਬਾਰੇ ਬਸ ਇੰਨਾ ਹੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੀ ਵੋਟ ਨੂੰ ਕੀ ਕਿਹਾ ਜਾਂਦਾ, ਤਾਂ ਉਹਨੂੰ ਕਿਹਾ ਜਾਂਦਾ ਕਾਸਟਿੰਗ ਵੋਟ। ਤਾਂ ਆਨਸਰ ਨੰਬਰ 3 ਆਊਗਾ। ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ। ਸੰਸਦ ਦੀ ਰਚਨਾ ਹੁੰਦੀ ਹੈ, ਪਾਰਲੀਮੈਂਟ ਇਜ਼ ਮੇਡ ਫਰੋਮ। ਲੋਕ ਸਭਾ, ਰਾਜ ਸਭਾ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ। ਲੋਕ ਸਭਾ, ਰਾਜ ਸਭਾ, ਪ੍ਰਾਈਮ ਮਿਨਿਸਟਰ। ਲੋਕ ਸਭਾ, ਰਾਜ ਸਭਾ, ਪ੍ਰੈਜ਼ੀਡੈਂਟ। ਲੋਕ ਸਭਾ, ਸਟੇਟ ਲੈਜਿਸਲੇਟਿਵ ਅਸੈਂਬਲੀ ਜਾਂ ਪ੍ਰੈਜ਼ੀਡੈਂਟ। ਤਾਂ ਇਹ ਦੇਖੋ ਤੁਸੀਂ ਕਿੰਨਾ ਕਨਫਿਊਜ਼ਿੰਗ ਹੈ। ਮਤਲਬ ਜਿਹੜੇ ਬੱਚੇ ਦੀ ਤਿਆਰੀ ਹੈ ਉਹਦੇ ਲਈ ਤਾਂ ਇਹ ਬਹੁਤ ਸਿੰਪਲ ਹੈ, ਉਹਦੇ ਨੂੰ ਆਰਾਮ ਨਾਲ ਹੀ ਪਹਿਚਾਣ ਲੂ। ਮਤਲਬ ਜਿਹੜੇ ਬੱਚੇ ਨੇ 1-2 ਵਾਰ ਪੜ੍ਹਿਆ ਇਹ ਕੁਐਸਚਨ, ਉਹ ਇਹਦੇ ਵਿੱਚ ਟੋਟਲੀ ਕਨਫਿਊਜ਼ਡ ਹੋ ਜੂ। ਠੀਕ ਹੈ ਜੀ, ਤਾਂ ਇਹਨੂੰ ਪੂਰੇ ਧਿਆਨ ਨਾਲ ਤੁਸੀਂ ਪਹਿਲਾਂ ਤਾਂ ਕੁਐਸਚਨ ਪੜ੍ਹਨਾ, ਫਿਰ ਤੁਸੀਂ ਪੂਰੇ ਧਿਆਨ ਦੇ ਨਾਲ ਚਾਰੋਂ ਆਪਸ਼ਨ ਪੜ੍ਹਨੇ ਨੇ, ਫਿਰ ਤੁਸੀਂ ਆਪਣਾ ਆਨਸਰ ਟਿਕ ਲਗਾਉਣਾ। ਠੀਕ ਹੈ ਜੀ, ਤਾਂ ਇਹਦੇ ਵਿੱਚ ਪਹਿਲੇ ਵਿੱਚ ਆ ਲੋਕ ਸਭਾ, ਰਾਜ ਸਭਾ, ਪ੍ਰਾਈਮ ਮਿਨਿਸਟਰ ਦਾ ਇੱਥੇ ਕੋਈ ਕੰਮ ਨਹੀਂ ਹੁੰਦਾ। ਠੀਕ ਹੈ ਜੀ, ਤਾਂ ਇਹ ਗਲਤ ਹੋ ਗਿਆ। ਲੋਕ ਸਭਾ, ਰਾਜ ਸਭਾ, ਪ੍ਰਾਈਮ ਮਿਨਿਸਟਰ, ਇਹ ਵੀ ਗਲਤ ਹੋ ਗਿਆ ਕਿਉਂਕਿ ਪ੍ਰਾਈਮ ਮਿਨਿਸਟਰ ਨਹੀਂ ਆਉਂਦਾ। ਲੋਕ ਸਭਾ, ਰਾਜ ਸਭਾ, ਪ੍ਰੈਜ਼ੀਡੈਂਟ, ਇਹ ਸਹੀ ਹੈ। ਲੋਕ ਸਭਾ, ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਕੋਈ ਕੰਮ ਨਹੀਂ, ਇਹ ਵੀ ਗਲਤ ਹੈ। ਤਾਂ ਆਨਸਰ ਨੰਬਰ 3 ਆਊਗਾ ਆਪਣਾ, ਇਹ ਯਾਦ ਰੱਖਿਓ। ਠੀਕ ਹੈ ਜੀ, ਤਾਂ ਲੋਕ ਸਭਾ ਦੇ ਲਈ ਆਰਟੀਕਲ, ਲੋਕ ਸਭਾ ਲਈ ਆਰਟੀਕਲ ਕਿਹੜਾ ਹੈ ਇਹ ਵੀ ਯਾਦ ਰੱਖਣਾ। ਤਾਂ ਲੋਕ ਸਭਾ ਦੇ ਲਈ ਜਿਹੜਾ ਆਰਟੀਕਲ ਹੈ ਉਹ ਆਪਣਾ 81, ਰਾਜ ਸਭਾ ਦੇ ਲਈ 80 ਹੈ, ਪਾਰਲੀਮੈਂਟ ਦੇ ਲਈ 79 ਹੈ, ਅਤੇ ਪ੍ਰੈਜ਼ੀਡੈਂਟ ਦੇ ਲਈ ਕਿਹੜਾ ਹੈਗਾ 52, ਆਰਟੀਕਲ 52, ਇਹ ਯਾਦ ਰੱਖਣਾ। ਠੀਕ ਹੈ, ਇਹ ਵੀ ਆਪਣਾ ਨਾਲ ਦੀ ਨਾਲ ਤੁਹਾਡੇ ਇਫੈਕਟ ਹੈ ਜਿਹੜੇ ਉਹ ਕਲੀਅਰ ਹੁੰਦੇ ਜਾਂਦੇ ਨੇ, ਤਾਂ ਇਹ ਤੁਸੀਂ ਯਾਦ ਰੱਖਿਓ। ਆਨਸਰ ਨੰਬਰ 3। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹ ਫੈਸਲਾ ਕੌਣ ਕਰਦਾ ਹੈ ਕਿ ਕੋਈ ਬਿੱਲ ਧਨ ਬਿੱਲ ਹੈ ਜਾਂ ਨਹੀਂ? ਹੂ ਡਿਸਾਈਡ ਦੈਟ ਦੀ ਪਰਟੀਕੂਲਰ ਬਿੱਲ ਇਜ਼ ਅ ਮਨੀ ਬਿੱਲ ਔਰ ਨੋਟ? ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਤੁਹਾਨੂੰ ਪੁੱਛਿਆ ਜਾਊਗਾ ਇਹ ਵਾਰ-ਵਾਰ। ਇਹ ਕੁਐਸਚਨ ਹੈ ਜਿਹੜਾ ਉਹ ਪੁੱਛਿਆ ਜਾਂਦਾ ਹੈ। ਤਾਂ ਇਹ ਕੁਐਸਚਨ ਮੈਂ ਜਾਣ ਬੁੱਝ ਕੇ ਇਹਦੇ ਵਿੱਚ ਰੱਖੇ ਹੋਏ ਨੇ, ਇਹ ਮੈਂ ਵਾਰ-ਵਾਰ ਤਾਂ ਰੱਖਦਾ ਕਿਉਂਕਿ ਇਹ ਵਾਰ-ਵਾਰ ਆਉਂਦੇ ਨੇ। ਠੀਕ ਹੈ ਜੀ, ਜੇ ਤੁਸੀਂ ਕਿਸੇ ਵੀ ਪੇਪਰ ਨੂੰ ਕਰੈਕ ਕਰਨਾ ਤਾਂ ਉਹਦਾ ਸਭ ਤੋਂ ਬੈਸਟ ਫੰਡਾ ਇਹ ਹੈ ਕਿ ਤੁਸੀਂ ਉਹਨੂੰ ਰਿਵਾਈਜ਼ ਕਰੋ ਵਾਰ-ਵਾਰ। ਜਿਵੇਂ ਆਪਾਂ ਕਿਸੇ ਵੀ ਚੀਜ਼ ਦੀ ਪ੍ਰੈਕਟਿਸ ਕਰਦੇ ਹਾਂ, ਪ੍ਰੈਕਟਿਸ ਮੇਕ ਮੈਨ ਪਰਫੈਕਟ। ਠੀਕ ਹੈ ਜੀ, ਤਾਂ ਆਪਾਂ ਨੂੰ ਪ੍ਰੈਕਟਿਸ ਹੈ ਜਿਹੜੀ ਉਹ ਪਰਫੈਕਟ ਬਣਾਉਂਦੀ ਹੈ। ਕੋਈ ਵੀ ਕੰਮ ਤੁਸੀਂ ਕਰਨਾ, ਆਪਾਂ ਕੋਈ ਵੀ ਚੀਜ਼ ਸਿੱਖਦੇ ਹਾਂ ਤਾਂ ਉਹਨੂੰ ਜਦੋਂ ਆਪਾਂ ਵਾਰ-ਵਾਰ ਚਲਾਉਂਦੇ ਹਾਂ ਜਾਂ ਵਾਰ-ਵਾਰ ਉਹਨੂੰ ਮਤਲਬ ਜਿਵੇਂ ਤੁਸੀਂ ਟਾਈਪਿੰਗ ਸਿੱਖਦੇ ਹੋ, ਟਾਈਪਿੰਗ ਨੂੰ ਤੁਸੀਂ ਪ੍ਰੈਕਟਿਸ ਨਾਲ ਸਿੱਖ ਸਕਦੇ ਹੋ। ਠੀਕ ਹੈ ਜੀ, ਕੋਈ ਵੀ ਸਬਜੈਕਟ ਹੈ, ਜੇ ਤੁਸੀਂ ਸਾਈਕਲਿੰਗ ਵੀ ਸਿੱਖਣੀ ਹੈ ਤਾਂ ਸਾਈਕਲ ਵੀ ਜੇ ਤੁਸੀਂ ਸਿੱਖਣਾ ਉਹ ਵੀ ਤੁਸੀਂ ਪ੍ਰੈਕਟਿਸ ਨਾਲ ਸਿੱਖੋਗੇ। ਤਾਂ ਕਰਕੇ ਜੇ ਤੁਸੀਂ ਸਟੱਡੀ ਵੀ ਕਰਨੀ ਤਾਂ ਸਟੱਡੀ ਦਾ ਵੀ ਇੱਕ ਮੇਨ ਫੰਡਾ ਪ੍ਰੈਕਟਿਸ ਹੈ, ਨਾ ਕੋਈ ਉਹਦੀ ਸ਼ਾਰਟ ਟ੍ਰਿਕ ਹੈ। ਇਹਦਾ ਕੋਈ ਵੀ ਸ਼ਾਰਟ ਪਾਥ ਨਹੀਂ ਹੈਗਾ। ਜੇ ਤੁਸੀਂ ਮਿਹਨਤ ਨਹੀਂ ਕਰ ਰਹੇ ਤਾਂ ਤੁਸੀਂ ਕਾਮਯਾਬ ਨਹੀਂ ਹੋਵੋਗੇ। ਠੀਕ ਹੈ ਜੀ, ਇਹ ਗੱਲਾਂ ਤੁਹਾਨੂੰ ਡੀਮੋਟੀਵੇਟ ਕਰਨ ਦੇ ਲਈ ਨਹੀਂ ਹੈਗੀਆਂ, ਇਹ ਤੁਹਾਨੂੰ ਬੂਸਟ ਅਪ ਕਰਨ ਦੇ ਲਈ ਨੇ। ਠੀਕ ਹੈ ਜੀ, ਤਾਂ ਤੁਸੀਂ ਤਿਆਰੀ ਆਪਣੀ ਖਿੱਚ ਕੇ ਰੱਖੋ ਪੂਰੀ। ਠੀਕ ਹੈ ਜੀ, ਤਾਂ ਮਤਲਬ ਪੜ੍ਹੋ, ਜਿਹੜੇ ਸਟੱਡੀ ਇਹਨੂੰ ਟਾਈਮ ਦਿਓ। ਠੀਕ ਹੈ ਜੀ, 6-7 ਘੰਟੇ ਰੋਜ਼ ਦੇ ਤੁਸੀਂ ਵਧੀਆ ਪੜ੍ਹੋ। ਠੀਕ ਹੈ ਜੀ, ਤਾਂ ਤੁਹਾਡਾ ਆਰਾਮ ਨਾਲ ਕੋਈ ਵੀ ਪੇਪਰ ਹੈ ਜਿਹੜਾ ਉਹ ਕਰੈਕ ਹੋ ਜਾਊਗਾ। ਤਾਂ ਕੌਣ ਡਿਸਾਈਡ ਕਰਦਾ ਕਿ ਕੋਈ ਵੀ ਬਿੱਲ ਧਨ ਬਿੱਲ ਹੈ ਜਾਂ ਨਹੀਂ ਹੈ? ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੁਹਾਡਾ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 4 ਆਊਗਾ, ਕਿਉਂਕਿ ਜਿਹੜੇ ਬੱਚਿਆਂ ਨੇ 1-2 ਵਾਰ ਪੜ੍ਹਿਆ ਹੋਊ ਉਹ ਇਹਦੇ ਵਿੱਚ ਕਨਫਿਊਜ਼ ਹੋ ਜਾਣਗੇ, ਪਾਰਲੀਮੈਂਟ, ਲੋਕ ਸਭਾ, ਪ੍ਰੈਜ਼ੀਡੈਂਟ ਦੇ ਵਿੱਚ। ਤਾਂ ਬਟ ਕਿਉਂਕਿ ਜਿਹੜਾ ਮਨੀ ਬਿੱਲ ਹੁੰਦਾ ਇਹ ਕਿੱਥੇ ਪੇਸ਼ ਹੁੰਦਾ? ਇਹ ਹੁੰਦਾ ਹਮੇਸ਼ਾ ਲੋਕ ਸਭਾ 'ਚ। ਸਭ ਤੋਂ ਪਹਿਲਾਂ ਇਹ ਲੋਕ ਸਭਾ 'ਚ ਸਭ ਤੋਂ ਵੱਡੀ ਪਾਵਰ ਜਿਹੜੀ ਮਨੀ ਬਿੱਲ ਨੂੰ ਲੈ ਕੇ ਹੈ ਉਹ ਲੋਕ ਸਭਾ ਕੋਲ ਹੈ। ਠੀਕ ਹੈ ਜੀ, ਲੋਕ ਸਭਾ ਦੇ ਵਿੱਚੋਂ ਜਦੋਂ ਇਹ ਬਿੱਲ ਪਾਸ ਹੋ ਗਿਆ ਤਾਂ ਜਿਹੜੀ ਰਾਜ ਸਭਾ ਹੈ ਉਹ ਇਹਨੂੰ ਸਿਰਫ 14 ਦਿਨ ਦੇ ਲਈ ਰੋਕ ਕੇ ਰੱਖ ਸਕਦੀ ਹੈ। ਉਸ ਤੋਂ ਬਾਅਦ ਇਹ ਆਟੋਮੈਟਿਕਲੀ ਬਿੱਲ ਹੈ ਜਿਹੜਾ ਉਹ ਪਾਸ ਹੋ ਜਾਂਦਾ। ਇਹ ਯਾਦ ਰੱਖਿਓ। ਤਾਂ ਕੌਣ ਡਿਸਾਈਡ ਕਰਦਾ? ਸਪੀਕਰ। ਆਨਸਰ ਨੰਬਰ 4 ਹੋਊਗਾ। ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ? ਵਿਚ ਸਟੇਟਮੈਂਟ ਇਜ਼ ਕਰੈਕਟ? ਸਾਈਮਨ ਕਮਿਸ਼ਨ ਇਜ਼ ਅ 7 ਮੈਂਬਰ ਕਮਿਸ਼ਨ, ਆਲ ਆਰ ਬ੍ਰਿਟਿਸ਼। ਠੀਕ ਹੈ ਜੀ, ਸਾਈਮਨ ਕਮਿਸ਼ਨ ਜਿਹੜਾ ਉਹ 1927 ਦੇ ਵਿੱਚ ਜਿਹੜਾ ਇਹ ਬਣਿਆ ਸੀ, 1928 ਦੇ ਵਿੱਚ ਆਪਣੇ ਆਇਆ ਸੀ ਭਾਰਤ ਦੇ ਵਿੱਚ। ਠੀਕ ਹੈ ਜੀ, ਤਾਂ 1928 ਦੇ ਵਿੱਚ ਇਹ ਆਇਆ ਸੀ, ਇਹ ਤੁਸੀਂ ਯਾਦ ਰੱਖਣਾ। ਤਾਂ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਸਾਈਮਨ ਕਮਿਸ਼ਨ। ਤਾਂ ਇਹਦੇ ਨਾਲ ਰਿਲੇਟਡ ਇਹ ਫੈਕਟ ਨੇ, 1927 ਦੀ ਗੱਲ ਹੈ ਇਹ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਜਿਹੜਾ ਫੈਕਟ ਹੈ ਇਹ ਤੁਸੀਂ ਇਹ 'ਤੇ ਮਤਲਬ ਸੋਚਣਾ ਕਿ ਸਹੀ ਹੈ ਜਾਂ ਗਲਤ ਹੈ।
ਸਰ ਜੌਨ ਸਾਈਮਨ ਵਾਜ਼ ਦੀ ਮੇਨ ਲੀਡਰ, ਜਿਹੜਾ ਸਰ ਜੌਨ ਸਾਈਮਨ ਸੀ ਉਹ ਇਹਦਾ ਮੇਨ ਲੀਡਰ ਸੀ। ਲਾਲਾ ਲਾਜਪਤ ਰਾਏ ਵਾਜ਼ ਅਸੈਸੀਨੇਟਡ ਇਨ ਜਲਿਆਂਵਾਲਾ ਬਾਗ ਮੈਸੈਕਰ। ਤਾਂ ਇਹ ਤਿੰਨ ਜਿਹੜੇ ਤੁਹਾਡੇ ਅੱਗੇ ਸਟੇਟਮੈਂਟਸ ਨੇ, ਤਾਂ ਇਹਨਾਂ ਨੂੰ ਤੁਸੀਂ ਕੇਅਰਫੁਲੀ ਰੀਡ ਕਰਨਾ ਹੈ ਅਤੇ ਉਸ ਤੋਂ ਬਾਅਦ ਆਪਣਾ ਆਨਸਰ ਟਿਕ ਕਰਨਾ। ਸਭ ਤੋਂ ਪਹਿਲਾ ਜਿਹੜਾ ਫੈਕਟ ਹੈ, ਸਾਈਮਨ ਕਮਿਸ਼ਨ 7 ਮੈਂਬਰ, ਬਿਲਕੁਲ ਸਹੀ ਹੈ। ਇਹ 7 ਮੈਂਬਰਾਂ ਦਾ ਇੱਕ ਕਮਿਸ਼ਨ ਸੀ ਅਤੇ ਸਾਰੇ ਦੇ ਸਾਰੇ ਇਹਦੇ ਵਿੱਚ ਗੋਰੇ ਸੀ, ਸਾਰੇ ਬ੍ਰਿਟਿਸ਼ਰ ਸੀ, ਇੱਕ ਵੀ ਆਪਣਾ ਇੰਡੀਅਨ ਨਹੀਂ ਸੀ। ਤਾਂ ਕਰਕੇ ਤਾਂ ਇਹਦਾ ਵਿਰੋਧ ਹੋਇਆ ਸੀ, ਕਿਉਂਕਿ ਇਹ ਬੰਦੇ ਆਪਣਾ ਮਤਲਬ ਕਾਨੂੰਨ ਬਣਾਉਣ ਦੇ ਲਈ ਆ ਰਹੇ ਸੀ। ਠੀਕ ਹੈ ਜੀ, ਜਿਹੜਾ ਆਪਣਾ 1919 ਦਾ ਐਕਟ ਹੈ ਉਹਦੇ ਵਿੱਚ ਫਰਦਰ ਇਹਨਾਂ ਨੇ ਮਤਲਬ ਇੱਕ ਸੋਧ ਕਰਨੀ ਸੀ, ਕੋਈ ਨਵਾਂ ਕਾਨੂੰਨ ਬਣਾਉਣਾ ਸੀ। ਤਾਂ ਆਪਣੇ ਇੰਡੀਅਨਸ ਨੇ ਇਹਦਾ ਵਿਰੋਧ ਕਿਉਂ ਕੀਤਾ? ਤਾਂ ਹੀ ਕੀਤਾ ਕਿਉਂਕਿ ਇਹਦੇ ਵਿੱਚ ਕੋਈ ਇੰਡੀਅਨਸ ਨਹੀਂ ਸੀ, ਕਾਨੂੰਨ ਇਹ ਇੰਡੀਅਨਸ ਲਈ ਬਣਾ ਰਹੇ ਹੈ ਅਤੇ ਇੰਡੀਅਨ ਇਹਦੇ ਵਿੱਚ ਕੋਈ ਹੈ ਨਹੀਂ, ਤਾਂ ਕਰਕੇ ਇਹਦਾ ਵਿਰੋਧ ਹੋਇਆ ਸੀ। ਤਾਂ ਪਹਿਲਾ ਜਿਹੜਾ ਇਹ ਬਿਲਕੁਲ ਕਰੈਕਟ ਹੈ। ਸਰ ਜੌਨ ਸਾਈਮਨ ਵਾਜ਼ ਦੀ ਮੇਨ ਲੀਡਰ, ਬਿਲਕੁਲ ਸਾਈਮਨ ਕਮਿਸ਼ਨ ਦਾ ਨਾਮ ਹੀ ਸਰ ਜੌਨ ਸਾਈਮਨ ਦੇ ਨਾਮ 'ਤੇ ਪਿਆ ਸੀ। ਠੀਕ ਹੈ ਜੀ, ਤਾਂ ਇਹ ਵੀ ਬਿਲਕੁਲ ਕਰੈਕਟ ਹੈ। ਤੀਸਰਾ ਜਿਹੜਾ ਆਪਣਾ ਲਾਲਾ ਲਾਜਪਤ ਰਾਏ ਵਾਜ਼ ਅਸੈਸੀਨੇਟਡ ਇਨ ਜਲਿਆਂਵਾਲਾ, ਇਹ ਬਿਲਕੁਲ ਗਲਤ ਹੈ, ਇਹ ਤੁਹਾਨੂੰ ਕਨਫਿਊਜ਼ ਕਰਨ ਦੇ ਲਈ ਹੈ। ਠੀਕ ਹੈ ਜੀ, ਜਲਿਆਂਵਾਲਾ ਬਾਗ ਮੈਸੈਕਰ ਦੇ ਵਿੱਚ ਆਪਣੇ ਲਾਲਾ ਲਾਜਪਤ ਰਾਏ ਜੀ ਸ਼ਹੀਦ ਨਹੀਂ ਹੋਏ, ਉਹ ਹੋਏ ਸੀ ਇਹਦੇ ਵਿੱਚ ਹੀ 1928 ਦੇ ਵਿੱਚ ਉਹਨਾਂ ਦੀ ਮਤਲਬ ਸ਼ਹੀਦੀ ਪਾ ਗਏ ਸੀਗੇ ਉਹ। ਠੀਕ ਹੈ ਜੀ, ਲਾਠੀ ਵੱਜਣ ਦੇ ਕਾਰਨ, ਕਿਉਂਕਿ ਸਾਈਮਨ ਕਮਿਸ਼ਨ ਦਾ ਵਿਰੋਧ ਹੋਇਆ ਸੀ ਤਾਂ ਸਾਈਮਨ ਗੋ ਬੈਕ ਦੇ ਨਾਅਰੇ ਲੱਗੇ ਸੀ, ਉਹਨਾਂ ਦੇ ਸਿਰ ਦੇ ਵਿੱਚ ਇੱਕ ਲਾਠੀ ਲੱਗ ਗਈ ਸੀ ਮਤਲਬ। ਠੀਕ ਹੈ ਜੀ, ਤਾਂ ਕਰਕੇ ਉੱਥੇ ਉਹਨਾਂ ਦੀ ਮੌਤ ਹੋ ਗਈ ਸੀ। ਤਾਂ ਇਹ ਜਿਹੜਾ ਤੀਸਰਾ ਇਹ ਆਪਾਂ ਨੂੰ ਕਨਫਿਊਜ਼ ਕਰਨ ਦੇ ਲਈ ਹੈ, ਤਾਂ ਇਹ ਗਲਤ ਹੈ। ਤਾਂ ਇਹਦੇ ਵਿੱਚੋਂ ਤੁਹਾਨੂੰ ਪੁੱਛਿਆ ਕੀ ਹੈ, ਇਹ ਤੁਸੀਂ ਜ਼ਰੂਰ ਯਾਦ ਰੱਖਣਾ। ਇਨਕਰੈਕਟ ਪੁੱਛਿਆ ਕਿ ਕਰੈਕਟ? ਤਾਂ ਇਹ ਕਰੈਕਟ ਪੁੱਛਿਆ ਆਪਾਂ ਨੂੰ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ ਏ ਆਊਗਾ। ਪਹਿਲਾ ਅਤੇ ਦੂਜਾ ਇਹ ਦੋਨੇ ਕਰੈਕਟ ਨੇ, ਬਾਕੀ ਤੀਸਰਾ ਜਿਹੜਾ ਉਹ ਇਨਕਰੈਕਟ ਹੈ, ਇਹ ਯਾਦ ਰੱਖਣਾ। ਤਾਂ ਆਨਸਰ ਨੰਬਰ ਏ ਆਊਗਾ ਇਹਦਾ। ਅੰਡੇਮਾਨ ਅਤੇ ਨਿਕੋਬਾਰ ਦੇ ਕੇਸ ਕਿਹੜੇ ਹਾਈ ਕੋਰਟ ਦੇ ਅਧੀਨ ਆਉਂਦੇ ਹਨ? ਦੀ ਕੇਸਿਸ ਆਫ ਅੰਡੇਮਾਨ ਐਂਡ ਨਿਕੋਬਾਰ ਕਮਸ ਅੰਡਰ ਵਿਚ ਹਾਈ ਕੋਰਟ? ਤਾਂ ਇਹ ਤੁਹਾਨੂੰ ਪੁੱਛ ਸਕਦੇ ਨੇ, ਬਹੁਤ ਵਾਰ ਇਹ ਕੁਐਸਚਨ ਹੈ ਜਿਹੜਾ ਉਹ ਪੁੱਛਿਆ ਗਿਆ ਹੈ। ਮਦਰਾਸ ਹਾਈ ਕੋਰਟ, ਕਲਕੱਤਾ ਹਾਈ ਕੋਰਟ, ਬੰਬੇ ਹਾਈ ਕੋਰਟ ਜਾਂ ਕੇਰਲਾ ਹਾਈ ਕੋਰਟ? ਠੀਕ ਹੈ ਜੀ, ਤਾਂ ਇਹ ਜਿਹੜੇ 3 ਹਾਈ ਕੋਰਟ ਨੇ, ਪਹਿਲਾਂ ਤੁਸੀਂ ਇਹ ਯਾਦ ਰੱਖਿਓ, ਇਹ ਸਭ ਤੋਂ ਪਹਿਲਾਂ ਬਣੇ ਸੀ ਅਤੇ ਸਭ ਤੋਂ ਪੁਰਾਣੇ ਹਾਈ ਕੋਰਟ ਨੇ। ਕਲਕੱਤਾ, ਬੰਬੇ ਅਤੇ ਮਦਰਾਸ ਕਦੋਂ ਬਣੇ ਸੀ? ਇਹ 1862 ਦੇ ਵਿੱਚ ਬਣੇ ਸੀ, ਇਹ ਯਾਦ ਰੱਖਿਓ। ਠੀਕ ਹੈ ਜੀ, ਇਹਦੇ ਬਾਰੇ ਬਹੁਤ ਕੁਐਸਚਨ ਆਉਂਦਾ ਹੈਗਾ। 1862 'ਚ ਬਣੇ ਸੀ, ਇਹ ਯਾਦ ਰੱਖਣਾ। ਤਾਂ ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 2 ਆਊਗਾ। ਕਲਕੱਤਾ ਹਾਈ ਕੋਰਟ ਦੇ ਅੰਡਰ ਆਉਂਦੇ ਆ ਜਿਹੜੇ ਅੰਡੇਮਾਨ ਨਿਕੋਬਾਰ ਦੇ ਕੇਸ ਨੇ, ਕਲਕੱਤਾ ਹਾਈ ਕੋਰਟ ਦੇ ਅੰਡਰ ਆਉਂਦੇ ਨੇ। ਤਾਂ ਆਨਸਰ ਨੰਬਰ 2 ਆਊਗਾ, ਇਹ ਯਾਦ ਰੱਖਿਓ। ਇੱਕ ਆਪਣਾ ਇਲਾਹਾਬਾਦ ਹਾਈ ਕੋਰਟ ਹੈ, ਠੀਕ ਹੈ ਜੀ, ਉਹਦੇ ਬਾਰੇ ਇੱਕ ਫੈਕਟ ਹੈ ਉਹ ਯਾਦ ਰੱਖਿਓ। ਜਿਹੜਾ ਆਪਣਾ ਮਤਲਬ ਜਿਹੜਾ 3 ਵਾਰ ਤਲਾਕ ਕਹਿਣ 'ਤੇ 3 ਟਾਈਮ ਜਿਹੜਾ ਆਪਾਂ ਤਲਾਕ ਮੁਸਲਿਮ ਕਮਿਊਨਿਟੀ ਦੇ ਵਿੱਚ ਹੈ, ਠੀਕ ਹੈ ਜੀ, ਤਾਂ 3 ਟਾਈਮਸ ਜਿਹੜਾ ਤਲਾਕ ਕਹਿਣਾ ਹੈਗਾ, ਮਤਲਬ 3 ਟਾਈਮਸ ਤਲਾਕ ਕਹਿਣ ਦੇ ਉੱਤੇ ਤਲਾਕ ਮੰਨ ਲਿਆ ਜਾਂਦਾ ਸੀ। ਠੀਕ ਹੈ ਜੀ, ਤਾਂ ਇਹ ਇਲਾਹਾਬਾਦ ਜਿਹੜਾ ਹਾਈ ਕੋਰਟ ਹੈ ਉਹਨੇ ਇਹਨੂੰ ਬਿਲਕੁਲ ਡਿਨਾਈ ਕਰਤਾ, ਇਹ ਯਾਦ ਰੱਖਿਓ। ਠੀਕ ਹੈ ਜੀ, ਇਹ ਕੁਐਸਚਨ ਬਹੁਤ ਵਾਰ ਆਇਆ ਹੋ ਕਿ 3 ਟਾਈਮ ਤਲਾਕ ਕਹਿਣ 'ਤੇ ਤਲਾਕ ਨੂੰ ਮੰਨ ਲਿਆ ਜਾਂਦਾ, ਤਾਂ ਇਹਨੂੰ ਇਲਾਹਾਬਾਦ ਹਾਈ ਕੋਰਟ, ਇਹ ਯਾਦ ਰੱਖਿਓ, ਇਲਾਹਾਬਾਦ ਹਾਈ ਕੋਰਟ ਨੇ ਬਿਲਕੁਲ ਇਹਨੂੰ ਡਿਨਾਈ ਕਰਤਾ। ਇਹਨਾਂ ਵਿੱਚੋਂ ਕਿਹੜਾ ਅਨੁਛੇਦ ਆਲ ਇੰਡੀਆ ਸਰਵਿਸ ਨਾਲ ਸੰਬੰਧਿਤ ਹੈ? ਪਹਿਲਾਂ ਤਾਂ ਤੁਹਾਨੂੰ ਆਲ ਇੰਡੀਆ ਸਰਵਿਸਿਜ਼ ਬਾਰੇ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਵਿਚ ਆਫ ਦੀ ਫੋਲੋਇੰਗ ਆਰਟੀਕਲ ਇਜ਼ ਰਿਲੇਟਡ ਟੂ ਆਲ ਇੰਡੀਆ ਸਰਵਿਸ? ਠੀਕ ਹੈ ਜੀ, ਆਲ ਇੰਡੀਆ ਸਰਵਿਸ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਆਪਣੀਆਂ? IAS, IPS, IFS। ਠੀਕ ਹੈ ਜੀ, ਇਹ ਤਿੰਨੋਂ ਤੁਸੀਂ ਲਿਖ ਲਓ। ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼, ਇੰਡੀਅਨ ਪੁਲਿਸ ਸਰਵਿਸ, ਇੰਡੀਅਨ ਫੋਰੈਸਟ ਸਰਵਿਸਿਜ਼। ਠੀਕ ਹੈ ਜੀ, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼, ਇੰਡੀਅਨ ਪੁਲਿਸ ਸਰਵਿਸਿਜ਼, ਇੰਡੀਅਨ ਫੋਰੈਸਟ ਸਰਵਿਸਿਜ਼। ਇਹ ਯਾਦ ਰੱਖਿਓ, ਇਹ ਤਿੰਨੇ ਆਪਣੀਆਂ ਕੀ ਨੇ? ਆਲ ਇੰਡੀਆ ਸਰਵਿਸਿਜ਼ ਨੇ। ਇਹਦੇ ਨਾਲ ਰਿਲੇਟਡ ਮਤਲਬ ਜਿਹੜਾ ਆਰਟੀਕਲ ਹੈ ਉਹ ਕਿਹੜਾ ਹੈ? ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 4। ਇੱਕ ਤੁਸੀਂ ਗੱਲ ਹੋਰ ਯਾਦ ਰੱਖਿਓ ਕਿ ਆਲ ਇੰਡੀਆ ਸਰਵਿਸਿਜ਼ ਦੇ ਨਾਲ ਸੰਬੰਧਿਤ ਸਦਨ ਤੁਹਾਨੂੰ ਪੁੱਛ ਸਕਦੇ ਨੇ ਕਿ ਲੋਕ ਸਭਾ ਕਿ ਰਾਜ ਸਭਾ। ਇੱਥੇ ਤੁਸੀਂ ਯਾਦ ਰੱਖਿਓ, ਇੱਥੇ ਪਾਵਰ ਕਿਹਦੇ ਕੋਲੇ ਵੱਧ ਹੈ? ਰਾਜ ਸਭਾ ਕੋਲੇ, ਕਿਉਂਕਿ ਕੋਈ ਵੀ ਕਾਨੂੰਨ ਜਿਹੜਾ ਆਲ ਇੰਡੀਆ ਸਰਵਿਸਿਜ਼ ਦੇ ਨਾਲ ਰਿਲੇਟਡ ਬਣੂਗਾ ਉਹ ਕਿੱਥੇ ਬਣੂਗਾ? ਰਾਜ ਸਭਾ ਦੇ ਵਿੱਚ। ਇਹ ਯਾਦ ਰੱਖਿਓ, ਇੱਥੇ ਪਾਵਰ ਕਿਹਦੇ ਕੋਲੇ ਵੱਧ ਹੈ? ਰਾਜ ਸਭਾ ਕੋਲੇ। ਆਰਟੀਕਲ 312 ਦੇ ਵਿੱਚ ਇਹ ਲਿਖਿਆ ਹੋਇਆ। ਠੀਕ ਹੈ ਜੀ, ਤਾਂ 315 ਕਾਹਦੇ ਨਾਲ ਰਿਲੇਟਡ ਹੈ? UPSC ਦੇ ਨਾਲ ਰਿਲੇਟਡ ਹੈ। ਆਰਟੀਕਲ 108 ਹੈ ਜਿਹੜਾ ਆਪਣਾ ਉਹ ਜੁਆਇੰਟ ਸਿਟਿੰਗ ਆਫ 2 ਹਾਊਸਿਸ, ਲੋਕ ਸਭਾ ਅਤੇ ਰਾਜ ਸਭਾ ਦੀ ਜੁਆਇੰਟ ਸਿਟਿੰਗ, ਜਿਹੜੀ ਕਿ ਪ੍ਰੈਜ਼ੀਡੈਂਟ ਦੁਆਰਾ ਬੁਲਾਈ ਜਾਂਦੀ ਹੈ ਅਤੇ ਜਿਹੜੀ ਪ੍ਰਜ਼ਾਈਡ ਉਹਨੂੰ ਕਰਦਾ ਉਹ ਕਰਦਾ ਲੋਕ ਸਭਾ ਦਾ ਸਪੀਕਰ। ਆਰਟੀਕਲ 20 ਇਹ ਆਪਣਾ 21A ਇਹ ਆਪਣਾ ਫੰਡਾਮੈਂਟਲ ਰਾਈਟ ਹੈ, ਰਾਈਟ ਟੂ ਐਜੂਕੇਸ਼ਨ। ਇਹ ਯਾਦ ਰੱਖਿਓ। ਠੀਕ ਹੈ ਜੀ, ਤਾਂ ਇਹ ਤੁਸੀਂ ਨਾਲ ਦੀ ਨਾਲ ਜੋ ਮੈਂ ਬੋਲਦਾ ਉਹ ਵੀ ਤੁਸੀਂ ਨੋਟ ਕਰਦੇ ਜਾਇਓ। ਤਾਂ ਆਨਸਰ ਨੰਬਰ 4 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, 42ਵੀਂ ਸੋਧ ਦੁਆਰਾ ਸ਼ਬਦ ਦਰਜ ਕੀਤੇ ਗਏ, ਵਰਡਸ ਐਡਡ ਥਰੂ 42nd ਅਮੈਂਡਮੈਂਟ। 42nd ਅਮੈਂਡਮੈਂਟ ਬਾਰੇ ਜਿੰਨੇ ਵੀ ਫੈਕਟ ਨੇ ਉਹ ਵੀ ਯਾਦ ਰੱਖਿਓ, ਕਿਉਂਕਿ 42nd ਅਮੈਂਡਮੈਂਟ ਨੂੰ ਕੀ ਕਿਹਾ ਜਾਂਦਾ ਹੈ? ਮਿਨੀ ਕੌਂਸਟੀਟਿਊਸ਼ਨ। ਇਹਦੇ ਬਾਰੇ ਇਹ ਕੁਐਸਚਨ ਆਉਂਦਾ ਹੁੰਦਾ
कि वो दसो वो किहड़ी जिहड़ी अमेंडमेंट है जिन्हों मिनी कॉन्स्टिट्यूशन कहा जाता है, तो वो अपनी 42वीं अमेंडमेंट कदों हुई सी? 1976 दे विच। ये याद रखियो। इनू याद करने का की तरीका 4 ते 2 6, तो 6 किहदे पिछे आउंदा? 1976। मतलब एक ट्रिक है, तो जे तुहाडे याद रहे जे 1976 दे विच हुई सी। तो जिहड़े 3 शब्द ऐड किए गए सी, इस तो पहलां अपने संविधान दे विचों 3 शब्द नहीं सी, ठीक है जी, तो वो तुसीं याद रखने हैं। सॉवरन, सोशलिस्ट, सैकुलर। तो गलत है ये, सॉवरन तो पहले ही सी, ठीक है जी। सोशलिस्ट, सैकुलर तो इंटैग्रिटी, सोशलिस्ट, सैकुलर, फ्रेटरनिटी, सोशलिस्ट, डेमोक्रेटिक रिपब्लिक। ये तो 2 गलत ने, ठीक है जी। फ्रेटरनिटी वाला भी गलत है, तो जिहड़ा आंसर है अपना आंसर नंबर 2 आऊगा। SSI इनू याद करने का तरीका है, SSI सोशलिस्ट, सैकुलर तो इंटैग्रिटी, ठीक है जी। सोशलिस्ट, सैकुलर, इंटैग्रिटी इनू याद कर लो। 1976 42वीं अमेंडमेंट मिनी कॉन्स्टिट्यूशन, तो आंसर नंबर 2 आऊगा इसका, सोशलिस्ट, सैकुलर, इंटैग्रिटी 1976 याद रखियो। अगला जो अपना क्वेश्चन है, पंचायती राज का 3 टायर फार्मूला किस कमेटी द्वारा लिया गया? विच कमेटी हैड फर्स्ट ऑफ ऑल रिकमेंडेड 3 टायर पंचायती राज ऑफ इन इंडिया? 3 टायर किहड़े हुंदे ने, ये भी तुहानूं पता होना चाहिए। एक तो हुंदी अपनी पंचायत, ठीक है जी, उस तो बाद आउंदी अपनी ब्लॉक सम्मति, तो तीसरे नंबर पर आउंदी अपनी जिला परिषद, ठीक है जी। ये तुसीं याद रखना। तो ये आपां नूं किहने रिकमेंड किया? आंसर नंबर 2 बलवंत राय मेहता कमेटी, ठीक है जी। तो आंसर नंबर 2 आऊगा इसका, तो बलवंत राय मेहता कमेटी। अगला जो अपना क्वेश्चन है, F7 कुंजी का प्रयोग किहड़े फंक्शन लिए किया जाता है? सब तो पहले तो ये फंक्शन की है, ये याद रखो। जिहड़ियां F वालियां जिन्नियां भी कीज़ ने F1 तो लैके 12 तक, तो ये सारियां फंक्शन कीज़ ने, ठीक है जी। तो जिहड़ी F7 है ये काहदे लई यूज़ होंदी है? तो इहदा जिहड़ा आंसर आऊगा आंसर नंबर 3 आऊगा, स्पैल चैकिंग के लिए। स्पैल चैकर है, ठीक है जी। 7 S फॉर स्पैल चैकर, ये याद रख लो, ठीक है जी। तो आंसर नंबर 3 आऊगा। अगला जो अपना क्वेश्चन है, पश्चिमी घाट की उच्ची चोटी किहड़ी है? विच इज़ दी हाईएस्ट पीक ऑफ वैसटर्न घाट, ठीक है जी। वैसटर्न घाट तुहानूं पूछा जाता, बहुत बार पूछा जाता है, ठीक है जी। महेंद्रगिरी, अनाईमुड़ी, दोदा बेटा या गुरु शिखर? गुरु शिखर आप पढ़ के गए कि ये अपनी अरावली रेंज जो अपना माउंट आबू, ठीक है जी, वही हाईएस्ट पीक है, ठीक है जी। तो अगला जो अपना है दोदा बेटा, ये अपनी जिथे ईस्टर्न तो वैसटर्न घाट मिलते हैं, नीलगिरी बनती है, वही ये उच्ची चोटी है नीलगिरी की, दोदा बेटा, ठीक है जी। तो ये जो इसका आंसर आऊ आंसर नंबर 2 आऊगा, अनाईमुड़ी, ठीक है जी। अनाईमुड़ी कित्थे हैगी? केरला के विच। आंसर नंबर 2 आऊगा, अनाईमुड़ी केरला। तो ये अपनी वैसटर्न घाट की है, ये याद रखियो। अगला जो अपना क्वेश्चन है, GUI का पूरा नाम की है? वट इज़ दी फुल फॉर्म ऑफ GUI? ये कंप्यूटर के क्वेश्चन ने, मतलब हर एक फैक्ट तुहानूं ये मिलू अपनी सीरीज़ के, ठीक है जी। तो GUI का पूरा नाम है जोड़ा वो अपना आंसर नंबर 1 आऊगा, ग्राफिकल यूज़र इंटरफेस। ग्राफिकल यूजेज इंटरफेस, ग्राफ यूजिंग इंटरफेस, ग्राफिकल यूजिंग इंटरफेस। देखो तुसीं किन्ने कन्फ्यूजिंग जोड़े अपने ऑप्शन ने। तो यदा आंसर नंबर 1 आऊगा, ग्राफिकल यूज़र इंटरफेस। तो आंसर नंबर 1। अगला जो अपना क्वेश्चन है, OLED पता है तुसीं देखी हो, मतलब बाजारों के हैगी है हुण। तो यदी कर्व होंदी है, मतलब एक स्क्रीन के कर्व होंदी है, कर्व टाइप होंदी है एक OLED, ऑर्गैनिक कहा जाता है, ठीक है जी। तो मैं तुहानूं दस ही दिता है। तो यदा ऑब्जैक्टिव लाइट इमिटिंग डिओड, ठीक है जी। तो LED की फुल फॉर्म की है? लाइट इमिटिंग डिओड, ये याद रखना। तो यदा आंसर आऊगा आंसर नंबर 2, ऑर्गैनिक लाइट इमिटिंग डिओड। ये याद रखियो, बहुत बार क्वेश्चन पूछा गया है, ऑर्गैनिक लाइट इमिटिंग डिओड। तो आंसर नंबर 2 आऊगा। अज के सैशन का जो अपना लास्ट क्वेश्चन है, ये भी बहुत इंपॉर्टेंट है। इन्हों विचों किहड़ी टोपोलॉजी सब तो महंगी है? विच टोपोलॉजी इज बेस्ट वेरी एक्सपेंसिव, बहुत ज़्यादा महंगी है? स्टार, रिंग, बस या मैश? तो यदा जो आंसर आऊगा आंसर नंबर 4 आऊगा, मैश, ठीक है जी। मैश सब तो मोस्ट इंपॉर्टेंट जी मोस्ट एक्सपेंसिव टोपोलॉजी है। ये हर एक कंप्यूटर हर एक नाल जुड़िया होंगे, मतलब एक बहुत बड़ा जाल होंगे ये, ठीक है जी। तो इनू मैश टोपोलॉजी बोलते हैं। तो मैश सब तो महंगी है, आंसर नंबर 4 आऊगा। तो अज के जोड़े अपने 20 क्वेश्चन से आप पूरे कर ले ने, ठीक है जी। नाल जिन्ने भी इन्हों के ऑप्शन से वो भी आप रीड किए हैं, वो भी तुसीं नोट कर लिओ। तो ये सी अपना अज का सैशन। जे तुहानूं चंगे लगदे सैशन
ਤਾਂ ਇਹਨਾਂ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਅਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਸੈਸ਼ਨ ਤੁਹਾਨੂੰ ਕਿਵੇਂ ਲੱਗਿਆ। ਠੀਕ ਹੈ ਜੀ, ਜੇ ਤੁਹਾਨੂੰ ਵਧੀਆ ਲੱਗਦਾ ਸੈਸ਼ਨ ਤਾਂ ਇਹੋ ਜਿਹੇ ਮੋਡਰੇਟ ਕੁਐਸਚਨ ਅਤੇ ਇਹੋ ਜਿਹੇ ਡੀਪਲੀ ਕੁਐਸਚਨ ਆਪਾਂ ਪ੍ਰੀਵੀਅਸ ਪੇਪਰਾਂ ਦੇ ਵਿੱਚੋਂ ਜੋ ਐਨਾਲਿਸਿਸ ਕਰਕੇ ਲੈ ਕੇ ਆ ਰਹੇ ਹਾਂ ਤਾਂ ਉਹ ਆਪਾਂ ਅੱਗੇ ਲੈ ਕੇ ਆਉਂਦੇ ਰਹਾਂਗੇ। ਤਾਂ ਲੂਸੈਂਟ ਜੀਕੇ ਦੇ ਤੁਹਾਡੇ 2 ਸੈਸ਼ਨ ਅਪਲੋਡ ਹੋਇਆ ਕਰਨਗੇ। ਠੀਕ ਹੈ ਜੀ, ਤਾਂ ਉਹ ਤੁਸੀਂ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ, ਸੋਮਵਾਰ ਨੂੰ ਤੁਹਾਡਾ SST ਮਾਸਟਰ ਗੇਟਰ ਦਾ, ਅਤੇ ਜਿਹੜੇ ਕਰੰਟ ਅਫੇਅਰ ਉਹ ਤੁਹਾਡੇ ਔਨਗੋਇੰਗ ਰਹਿਣਗੇ। ਠੀਕ ਹੈ ਜੀ, ਤਾਂ ਇਹ ਤੁਸੀਂ ਵਧੀਆ ਤਰੀਕੇ ਨਾਲ ਲਗਾਓ। ਪੰਜਾਬ ਪੁਲਿਸ, ਵੀਡੀਓ, SSC, CGL ਜਿੰਨੇ ਵੀ ਤੁਹਾਡੇ ਇੰਡੀਆ ਲੈਵਲ, ਪੰਜਾਬ ਲੈਵਲ ਦੇ ਪੇਪਰ ਨੇ ਉਹ ਸਾਰੇ ਪੇਪਰਾਂ ਦੇ ਲਈ ਇਹ ਸੀਰੀਜ਼ ਜਿਹੜੀ ਬਹੁਤ ਇੰਪੋਰਟੈਂਟ ਹੈ। ਜੇ ਤੁਸੀਂ ਇਹ ਮਿਸ ਕਰ ਰਹੇ ਹੋ ਤਾਂ ਤੁਸੀਂ ਬਹੁਤ ਗਲਤ ਕਰ ਰਹੇ ਹੋ। ਠੀਕ ਹੈ ਜੀ, ਇਹਨੂੰ ਮਿਸ ਨਾ ਕਰਿਓ, ਤਾਂ ਇਹ ਤੁਹਾਨੂੰ ਹਰ ਇੱਕ ਪੇਪਰ ਦੇ ਵਿੱਚ ਤੁਹਾਨੂੰ ਬਹੁਤ ਫਾਇਦਾ ਦੇਵੇਗੀ ਸਟੈਟਿਕ ਜੀਕੇ ਦੇ ਵਿੱਚੋਂ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।